ਇਹ ਸ਼ਬਦ ਲਿਖਿਆ ਹੈ। ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ ਹੋਨ ਨਜੀਕ ਖੁਦਾਏ ਦੈ ਭੇਤ ਨ ਕਿਸੈ ਦੇਨ। ਸਬਰ ਇਹੋ ਸੁਭਾਓ ਜੇ ਤੂੰ ਬੰਦਾ ਦ੍ਰਿੜ ਕਰਹਿ ਵਧ ਥੀਵਹਿ ਦਰਿਆਓ ਟੁੱਟ ਨਾ ਥੀਵੈ ਬਾਹੜ। ਸਬਰ ਅੰਦਰ ਸਾਬਰੀ ਤਨ ਇਵੇਂ ਜਾਲੀਨ। ਪਹਿਲਾਂ ਤੇ ਕਿਸੇ ਨੂੰ ਵੀ ਸਬਰ ਨਹੀਂ ਹੈ। ਅਗਰ ਸਬਰ ਹੀ ਹੋ ਜਾਵੇ ਨਾ ਫਿਰ ਆਦਮੀ ਸ਼ਾਂਤ ਹੋਣ ਲੱਗ ਜਾਂਦਾ ਹੈ। ਅਗਰ ਸੰਸਾਰ ਦੇ ਵਿੱਚ ਕੋਈ ਚਾਹਤ ਨਾ ਹੋਵੇ, ਇੱਛਾ ਨਾ ਹੋਵੇ, ਕਾਮਨਾ ਨਾ ਹੋਵੇ, ਉਹਨੂੰ ਕਹਿੰਦੇ ਹਨ ਇਹਨੂੰ ਸਬਰ ਆ ਗਿਆ, ਇਹਨੂੰ ਹੁਣ ਕੁਝ ਚਾਹੀਦਾ ਨਹੀਂ ਹੈ। ਹੁਣ ਜਿਹਨੂੰ ਸਬਰ ਆ ਗਿਆ ਬਾਹਰ ਸੰਸਾਰ ਦੇ ਵਿੱਚ, ਹੁਣ ਕੁਝ ਚਾਹੀਦਾ ਨਹੀਂ ਹੈ, ਉਹਦਾ ਮਨ ਫਿਰ ਸ਼ਾਂਤ ਹੁੰਦਾ ਹੈ। ਫਿਰ ਸਬਰ ਅੰਦਰ ਸਾਬਰੀ, ਫਿਰ ਬਾਹਰੋਂ ਤੇ ਸਬਰ ਆ ਗਿਆ, ਹੁਣ ਸੰਸਾਰ ਦੇ ਵਿੱਚ ਕੁਛ ਨਹੀਂ ਚਾਹੀਦਾ ਹੈ। ਧਾਰਮਿਕ ਹੋ ਗਿਆ ਬੰਦਾ, ਪਤਾ ਲੱਗ ਗਿਆ ਕਿ ਸੰਸਾਰ ਦੇ ਵਿੱਚ ਕੁਛ ਵੀ ਮਿਲ ਜਾਵੇ ਸ਼ਾਂਤੀ ਨਹੀਂ ਮਿਲਦੀ ਹੈ, ਅਤੇ ਜੋ ਕੁਛ ਮਿਲਿਆ ਹੋਇਆ ਹੈ ਉਹਦੇ 'ਚ ਹੀ ਸਬਰ ਕਰਨਾ ਹੈ। ਠੀਕ ਹੈ, ਜਿੰਨਾ ਰੱਬ ਨੇ ਦਿੱਤਾ, ਜਿੰਨੀ ਮੇਰੀ ਪਾਤਰਤਾ ਸੀ ਓਨੀ ਹੀ ਰੱਬ ਨੇ ਦੇ ਦਿੱਤਾ ਹੈ। ਪਾਤਰਤਾ ਅਨੁਸਾਰ ਹੀ ਮਿਲਦਾ ਹੈ ਨਾ, ਅਤੇ ਜਿੰਨੀ ਜਿਹਦੀ ਪਾਤਰਤਾ ਹੈ ਓਨਾ ਉਹਨੂੰ ਮਿਲਿਆ ਹੋਇਆ ਹੈ। ਅਤੇ ਧਾਰਮਿਕ ਆਦਮੀ ਫਿਰ ਸਬਰ ਕਰਦਾ ਹੈ, ਕਹਿੰਦਾ ਠੀਕ ਹੈ, ਜਿੰਨਾ ਰੱਬ ਨੇ ਦਿੱਤਾ ਬਹੁਤ। ਬਾਹਰੋਂ ਤਾਂ ਸਬਰ ਆ ਗਿਆ, ਫਿਰ ਅੰਦਰ ਯਾਤਰਾ ਸ਼ੁਰੂ ਹੁੰਦੀ ਹੈ। ਅੰਦਰ ਵੀ ਫਿਰ ਸਬਰ ਆਉਣਾ ਚਾਹੀਦਾ ਹੈ, ਉਹਨੂੰ ਸਾਬਰੀ ਕਿਹਾ ਹੈ। ਬਾਹਰ ਦੀ ਕੋਈ ਚਾਹਤ ਨਹੀਂ ਰਹੀ ਹੈ, ਫਿਰ ਅੰਦਰ ਹੋ ਸਕਦਾ ਹੈ ਆਦਮੀ ਨੂੰ ਚਾਹਤ ਹੋ ਜਾਵੇ, ਸ਼ਾਂਤੀ ਪਾਉਣ ਦੀ, ਆਨੰਦ ਪਾਉਣ ਦੀ, ਕਿਸੇ ਨੂੰ ਮੋਕਸ਼ ਪਾਉਣ ਦੀ ਚਾਹਤ ਹੁੰਦੀ ਹੈ। ਕੋਈ ਨਾ ਕੋਈ ਚਾਹਤ ਲੈ ਕੇ ਆਦਮੀ ਫਿਰ ਅੰਦਰ ਨੂੰ ਚੱਲ ਪੈਂਦਾ। ਫਿਰ ਅੰਦਰ ਅਗਰ ਸਬਰ ਨਹੀਂ ਆਇਆ ਹੈ ਤਾਂ ਫਿਰ ਵੀ ਮਨ ਸ਼ਾਂਤ ਨਹੀਂ ਹੋਵੇਗਾ। ਅੰਦਰ ਅਗਰ ਚਾਹਤ ਬਣੀ ਰਹੀ, ਅਗਰ ਸ਼ਾਂਤੀ ਦੀ ਵੀ ਚਾਹਤ ਬਣੀ ਰਹੀ ਵੀ ਮੈਂ ਸ਼ਾਂਤ ਹੋ ਜਾਵਾਂ, ਸ਼ਾਂਤ ਹੋ ਜਾਵਾਂ, ਤਾਂ ਵੀ ਸ਼ਾਂਤ ਥੋੜ੍ਹੀ ਹੋਵੇਗਾ। ਜਿਵੇਂ ਕੋਈ ਰਾਤ ਨੂੰ ਨੀਂਦ ਨਾ ਆ ਰਹੀ ਹੋਵੇ ਅਤੇ ਸੌਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਅਤੇ ਸੌਣ ਦੀ ਕੋਸ਼ਿਸ਼ ਦੁਆਰਾ ਨੀਂਦ ਥੋੜ੍ਹੀ ਆਵੇਗੀ। ਕੋਸ਼ਿਸ਼ ਦੁਆਰਾ ਤਾਂ ਬਿਲਕੁਲ ਹੀ ਨੀਂਦ ਜਾਂਦੀ ਲੱਗਦੀ। ਨੀਂਦ ਉਦੋਂ ਆਉਂਦੀ ਹੈ ਜਦੋਂ ਆਦਮੀ ਕੋਸ਼ਿਸ਼ ਛੱਡ ਦਿੰਦਾ ਹੈ। ਇਵੇਂ ਹੀ ਸ਼ਾਂਤੀ ਹੈ। ਸ਼ਾਂਤੀ ਉਦੋਂ ਆਉਂਦੀ ਹੈ ਜਦੋਂ ਕੋਈ ਵੀ ਆਦਮੀ ਕੋਸ਼ਿਸ਼ ਨਹੀਂ ਕਰ ਰਿਹਾ ਹੁੰਦਾ, ਚਾਹਤ ਕੋਈ ਨਹੀਂ ਹੁੰਦੀ।
ਪਰ ਧਾਰਮਿਕ ਲੋਕ ਚਾਹਤਾਂ ਸਿਖਾਉਂਦੇ, ਇੱਛਾਵਾਂ ਸਿਖਾਉਂਦੇ। ਅੱਜ ਹੀ ਇੱਕ ਪ੍ਰੇਮੀ ਦਾ ਟੈਲੀਫੋਨ ਆਇਆ ਸੀ। ਉਹ ਕਹਿ ਰਿਹਾ ਸੀ, ਪਿੱਤਰਮਾਲੇ ਵਾਲੇ ਕਹਿੰਦੇ ਹਨ ਕਿ ਸਰੀਰ ਤੋਂ ਜੁਦਾ ਹੋ ਕੇ ਆਦਮੀ ਫਿਰ ਖੰਡਾਂ ਬ੍ਰਹਿਮੰਡਾਂ ਦੀ ਯਾਤਰਾ ਕਰ ਸਕਦਾ ਹੈ। ਇਹ ਵੀ ਤਾਂ ਵਾਸ਼ਨਾ ਹੀ ਹੈ ਨਾ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਧਾਰਮਿਕ ਲੋਕ ਕਿਆ ਕਰਦੇ ਸਨ ਕਿ ਤੁਹਾਨੂੰ ਸਵਰਗ ਦੀ ਯਾਤਰਾ ਕਰਾਉਂਦੇ ਹਾਂ, ਬੈਕੁੰਠ ਦੀ ਯਾਤਰਾ ਕਰਾਉਂਦੇ ਹਾਂ, ਉੱਥੇ ਸੁੰਦਰ ਪਰੀਆਂ ਮਿਲਣਗੀਆਂ, ਸੁੰਦਰ ਹੂਰਾਂ ਮਿਲਣਗੀਆਂ। ਇਵੇਂ ਹੀ ਅਜੋਕੇ ਸਮੇਂ ਦੇ ਵਿੱਚ ਵੀ ਹੋ ਰਿਹਾ ਹੈ। ਉਹ ਕਹਿੰਦੇ ਹਨ ਵੀ ਸਰੀਰ ਨੂੰ ਛੱਡ ਕੇ ਤੁਸੀਂ ਉੱਪਰ ਗੁਰਪੁਰੀ ਦੇ ਵਿੱਚ ਤੁਸੀਂ ਦਰਸ਼ਨ ਮੇਲੇ ਕਰੋਗੇ, ਸਵਰਗਾਂ ਦੇ ਵਿੱਚ ਪਹੁੰਚ ਜਾਓਗੇ, ਪਤਾ ਨਹੀਂ ਕਿੱਥੇ ਕਿੱਥੇ ਉਹ ਫਿਰ ਯਾਤਰਾ ਕਰਾਉਂਦੇ ਹਨ। ਯਾਤਰਾ ਕਿਵੇਂ ਹੁੰਦੀ ਹੈ? ਕਲਪਨਾ ਦੁਆਰਾ। ਅੱਖਾਂ ਬੰਦ ਕਰਕੇ ਤੁਸੀਂ ਕੋਈ ਵੀ ਕਲਪਨਾ ਕਰਨੀ ਸ਼ੁਰੂ ਕਰਦੇ ਹੋ ਤੇ ਵੈਸਾ ਹੀ ਤੁਹਾਡਾ ਖਿਆਲ ਬਣ ਜਾਂਦਾ ਵੀ ਯਾਤਰਾ ਹੋ ਰਹੀ ਹੈ। ਜਿਵੇਂ ਰਾਤ ਨੂੰ ਸੁਪਨੇ ਦੇ ਵਿੱਚ ਤੁਸੀਂ ਯਾਤਰਾ ਕਰਦੇ ਹੋ, ਇਵੇਂ ਹੀ ਦਿਨੇ ਵੀ ਸੁਪਨਾ ਦੇਖਿਆ ਜਾ ਸਕਦਾ ਹੈ ਅੱਖਾਂ ਬੰਦ ਕਰਕੇ। ਸੁਪਨਾ ਤੁਹਾਡਾ ਹੈ, ਜਦੋਂ ਮਰਜ਼ੀ ਦੇਖੋ ਤੇ ਯਾਤਰਾ ਕਰੋ। ਤੇ ਕਲਪਨਾ ਦੇ ਨਾਲ ਜੋੜ ਰਹੇ ਹਨ। ਵਾਸਤਵਿਕ ਧਰਮ ਦੀ ਗੱਲ ਸੁਣਨੀ ਔਖੀ ਹੈ, ਕਿਉਂਕਿ ਵਾਸਤਵਿਕ ਗੱਲ ਤੇ ਇਹ ਹੈ ਵੀ ਕੋਈ ਵੀ ਕਾਮਨਾ ਹੋਈ, ਕੋਈ ਵੀ ਇੱਛਾ ਹੋਈ, ਕੋਈ ਵੀ ਚਾਹਤ ਹੋਈ ਤਾਂ ਤੁਸੀਂ ਮਨ ਤੋਂ ਛੁੱਟ ਨਹੀਂ ਸਕਦੇ ਹੋ। ਪਹਿਲੀ ਗੱਲ ਤੇ ਸ਼ਾਂਤੀ ਨਹੀਂ ਹੋਵੇਗੀ। ਜਿੰਨਾ ਚਿਰ ਸਬਰ ਨਹੀਂ ਆਇਆ ਹੈ ਉਹਨਾਂ ਚਿਰ ਸ਼ਾਂਤੀ ਨਹੀਂ ਹੁੰਦਾ। ਹੁਣ ਦੇਖੋ ਭਗਤ ਫਰੀਦ ਜੀ ਦਾ ਸਬਰ ਜਾਂ ਕਬੀਰ ਜੀ ਦਾ, ਇਹ ਸਮਝਾ ਰਹੇ ਹਨ ਉਹਨਾਂ ਨੂੰ ਜਿਹੜੇ ਸਬਰ ਕਰਨਾ ਨਹੀਂ ਚਾਹੁੰਦੇ ਹਨ, ਜਿਨ੍ਹਾਂ ਦੀ ਚਾਹਤ ਸੰਸਾਰ ਦੀ ਹੈ। ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਤੁਸੀਂ ਸੰਸਾਰ ਦੀ ਚਾਹਤ ਛੱਡੋਗੇ, ਵਾਸ਼ਨਾ ਛੱਡੋਗੇ, ਕਾਮਨਾ ਛੱਡੋਗੇ, ਤਾਂ ਹੀ ਤੁਸੀਂ ਪਰਮਾਤਮਾ ਦੀ ਯਾਤਰਾ ਕਰ ਸਕਦੇ ਹੋ। ਪਰ ਜਦੋਂ ਐਸਾ ਕਹਿੰਦੇ ਹਨ ਤੇ ਸੰਸਾਰੀ ਲੋਕ ਨਾਰਾਜ਼ ਹੁੰਦੇ ਹਨ, ਕਿਉਂਕਿ ਉਹਨਾਂ ਦੇ ਮਨ ਦੇ ਉਲਟ ਗੱਲ ਹੋ ਰਹੀ। ਗੁਰੂ ਨਾਨਕ ਦੇਵ ਜੀ ਜੋ ਕਹਿ ਰਹੇ ਹਨ ਵੀ ਸੰਸਾਰ ਮਿਥਿਆ ਹੈ, ਝੂਠ ਹੈ, ਕਿ ਸਾਰੀ ਰਚਨਾ ਜਿਹੜੀ ਹੈ ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨ ਸੇ, ਜਗ ਰਚਨਾ ਤੈਸੇ ਰਚੀ ਜਾਣ ਲੈ ਹੋ ਰੇ ਮੀਤ, ਵੀ ਝੂਠੀ, ਸੱਚ ਨਹੀਂ। ਪਰ ਉਹਨਾਂ ਨੂੰ ਸੁਣ ਕੇ ਨਾਰਾਜ਼ਗੀ ਨਹੀਂ ਹੁੰਦੀ, ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿ ਰਹੇ ਤੇ ਲੋਕ ਸੁਣਦੇ ਹਨ ਵੀ ਇਸ ਉਪਦੇਸ਼ ਨੂੰ ਪੜ੍ਹ ਕੇ ਹੀ ਮੁਕਤ ਹੋ ਜਾਵਾਂ। ਤੇ ਜਦੋਂ ਕੋਈ ਸਾਹਮਣੇ ਕਹਿੰਦਾ ਹੈ ਕਿ ਸੰਸਾਰ ਝੂਠ ਹੈ, ਵਿਅਰਥ ਹੈ, ਕੂੜ ਹੈ, ਅਸੱਤ ਹੈ, ਇੱਧਰੋਂ ਧਿਆਨ ਹਟਾਉਣਾ ਹੈ।
ਤੇ ਸੁਭਾਵਿਕ ਹੀ ਹੈ ਨਾਰਾਜ਼ਗੀ ਹੋਣੀ, ਕਿਉਂਕਿ ਮਨ ਦੇ ਵਿਪਰੀਤ ਗੱਲ ਹੋ ਰਹੀ। ਹਰ ਇੱਕ ਦਾ ਮਨ ਚਾਹੁੰਦਾ ਹੈ ਸੰਸਾਰ ਦੇ ਵਿੱਚ ਸਫਲ ਹੋਣਾ, ਸੰਸਾਰ ਦੀ ਚਾਹਤ ਲੈ ਕੇ ਸਭ ਚੱਲ ਰਹੇ ਹਨ। ਤੇ ਇੱਧਰ ਭਗਤ ਕਹਿੰਦੇ ਹਨ ਸੰਸਾਰ ਵੱਲ ਨੂੰ ਬਿਲਕੁਲ ਸਬਰ ਕਰੋ। ਹੁਣ ਸਬਰ ਕਰਨ ਨੂੰ ਕੌਣ ਤਿਆਰ ਹੈ? ਸਬਰ ਕਰਨ ਨੂੰ ਤਾਂ ਕੋਈ ਵੀ ਤਿਆਰ ਨਹੀਂ ਹੈ। ਮਨ ਦੀ ਦੌੜ ਹੈ ਸੰਸਾਰ ਵੱਲ ਨੂੰ, ਤੇ ਇਹ ਕਹਿ ਰਹੇ ਹਨ ਤੇ ਸੰਸਾਰ ਵੱਲੋਂ ਧਿਆਨ ਨੂੰ ਹਟਾਓ, ਸਬਰ ਕਰੋ। ਤੇ ਮਨ ਤੋਂ ਵਿਪਰੀਤ ਗੱਲ ਹੋਈ ਨਾ, ਤੇ ਫਿਰ ਅਗਲੇ ਨਾਰਾਜ਼ ਹੋ ਜਾਂਦੇ, ਗੁੱਸੇ ਹੁੰਦੇ ਹਨ। ਜਿਵੇਂ ਕੋਈ ਸੁਪਨਾ ਦੇਖ ਰਿਹਾ ਹੋਵੇ ਸੁੰਦਰ ਸੁੰਦਰ, ਚੰਗਾ ਚੰਗਾ, ਤਾਂ ਉਹਨੂੰ ਜਾ ਕੇ ਜਗਾਓ ਤੁਸੀਂ, ਤੇ ਜਗਾਉਣ ਵਾਲੇ ਦੇ ਨਾਲ ਲੜਦਾ ਹੈ ਉਹ ਆਦਮੀ ਵੀ ਮੈਂ ਐਡਾ ਸੁੰਦਰ, ਇੰਨਾ ਵਧੀਆ ਸੁਪਨਾ ਦੇਖ ਰਿਹਾ ਸੀ, ਇੰਨਾ ਪਿਆਰਾ, ਤੂੰ ਆਣ ਕੇ ਜਗਾਉਣ ਲੱਗ ਪਈ। ਕੋਈ ਜਾਗਣਾ ਨਹੀਂ ਚਾਹੁੰਦਾ ਹੈ। ਸੰਸਾਰ ਦੇ ਸੁਪਨੇ ਦੇਖ ਰਹੇ ਹਨ ਲੋਕ ਭਵਿੱਖ ਦੇ, ਤਾਂ ਉਹਨਾਂ ਨੂੰ ਜਾ ਕੇ ਤੁਸੀਂ ਕਹੋ ਵੀ ਛੱਡੋ ਪਰਾਂ, ਕਿੱਧਰ ਭੱਜੇ ਫਿਰਦੇ ਹੋ ਸੰਸਾਰ 'ਚ, ਕੁਛ ਨਹੀਂ ਰੱਖਿਆ ਹੈ, ਸਬਰ ਕਰੋ, ਆ ਜਾਓ ਵਾਪਸ। ਤੇ ਉਹ ਵਾਪਸ ਆਉਣ ਨੂੰ ਥੋੜ੍ਹੀ ਤਿਆਰ ਆ। ਤੇ ਬਾਹਰ ਜੋ ਧਰਮ ਹੈ ਨਾ, ਇਹ ਦੱਸ ਰਹੇ ਹਨ ਵੀ ਅਗਰ ਤੁਹਾਡੀਆਂ ਕਾਮਨਾਵਾਂ, ਇੱਛਾਵਾਂ ਸੰਸਾਰ ਦੇ ਵਿੱਚ ਪੂਰੀਆਂ ਨਹੀਂ ਹੁੰਦੀਆਂ ਹਨ ਨਾ, ਤਾਂ ਤੁਸੀਂ ਧਾਰਮਿਕ ਸਥਾਨ 'ਤੇ ਆਓ, ਗੁਰਦੁਆਰੇ ਆਓ, ਤੁਹਾਡੀ ਅਰਦਾਸ ਕਰ ਦਿੰਦੇ, ਪਾਠ ਕਰਾ ਲਓ, ਮਨੋਕਾਮਨਾ ਪੂਰੀਆਂ ਹੋਣਗੀ। ਇਸ਼ਨਾਨ ਕਰੋ, ਮੰਦਰ ਆ ਜਾਓ, ਹਵਨ ਕਰਾ ਲਓ, ਪੂਜਾ ਕਰਾਓ, ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਕਬਰਾਂ ਵਾਲੇ ਵੀ ਇਹੋ ਕਹਿੰਦੇ ਹਨ, ਦੇਵੀ ਦੇਵਤਿਆਂ ਵਾਲੇ ਵੀ ਇਹੋ ਕਹਿੰਦੇ ਹਨ, ਜਿੰਨੇ ਵੀ ਧਾਰਮਿਕ ਸਥਾਨ ਹਨ ਸਾਰਿਆਂ 'ਤੇ ਇਹੋ ਹੀ ਕਿਹਾ ਜਾਂਦਾ ਹੈ, ਜੋ ਤੁਸੀਂ ਚਾਹੋਗੇ ਉਹ ਮਿਲੂਗਾ। ਪਰ ਪ੍ਰਭੂ ਦੇ ਪਿਆਰੇ ਕੀ ਕਹਿੰਦੇ ਹਨ? ਉਹ ਕਹਿੰਦੇ ਚਾਹੋਗੇ ਤਾਂ ਤੁਸੀਂ ਸੰਸਾਰ 'ਚ ਫਸੋਗੇ, ਚਾਹਤ ਹੀ ਤਾਂ ਫਸਾਉਂਦੀ। ਤੇ ਉਹਨਾਂ ਦੀ ਗੱਲ ਦੀ ਫਿਰ ਨਾਰਾਜ਼ਗੀ ਤੇ ਹੋਵੇਗੀ ਹੀ ਹੋਵੇਗੀ। ਛੱਡਣ ਨੂੰ ਕੌਣ ਤਿਆਰ ਹੈ ਚਾਹਤ? ਸੰਸਾਰ ਨੂੰ ਛੱਡਣ ਨੂੰ ਕੋਈ ਤਿਆਰ ਨਹੀਂ ਹੈ, ਪਰਮਾਤਮਾ ਨੂੰ ਪਾਉਣ ਨੂੰ ਸਭ ਤਿਆਰ ਆ, ਵੀ ਪਰਮਾਤਮਾ ਮਿਲ ਜਾਵੇ। ਇਸ ਬਾਰੇ ਤੇ ਪੁੱਛਦੇ ਹਨ ਸਾਰੇ, ਪਰ ਸੰਸਾਰ ਨੂੰ ਛੱਡਣ, ਸੰਸਾਰ ਵੱਲੋਂ ਧਿਆਨ ਹਟਾਉਣ ਨੂੰ ਕੋਈ ਵੀ ਤਿਆਰ ਨਹੀਂ। ਸੰਸਾਰ ਦੀਆਂ ਇੱਛਾਵਾਂ ਛੱਡਣ, ਸੰਸਾਰ ਵੱਲੋਂ ਸਬਰ ਕਰਨ ਨੂੰ ਤੇ ਕੋਈ ਵੀ ਤਿਆਰ ਨਹੀਂ। ਤੇ ਜਦੋਂ ਬਾਹਰੋਂ ਸਬਰ ਹੀ ਨਹੀਂ ਹੋਊਗਾ ਤੁਹਾਨੂੰ, ਤਾਂ ਤੁਸੀਂ ਸ਼ਾਂਤ ਕਿਵੇਂ ਹੋਊਗੇ? ਸਬਰ ਹੋਊਗਾ ਫਿਰ ਸੰਤੋਖ ਆਊਗਾ, ਸਬਰ ਤੋਂ ਬਾਅਦ ਫਿਰ ਸੰਤੋਖ ਆਉਂਦਾ ਹੈ, ਸੰਤੁਸ਼ਟ ਹੁੰਦਾ ਹੈ। ਕਹਿੰਦੇ ਨਾ ਸਬਰ ਸੰਤੋਖ ਆ ਗਏ। ਤੇ ਸਬਰ ਆਇਆ ਵੀ ਠੀਕ ਹੈ ਜੋ ਕੁਛ ਵੀ, ਤੇ ਫਿਰ ਅੰਦਰ ਵੀ ਸਬਰ ਕਰਨਾ ਹੈ ਨਾ, ਕਿ ਪਰਮਾਤਮਾ ਦੀ ਮੌਜ ਹੈ, ਜਦੋਂ ਉਹ ਚਾਹੇ ਮਿਲੇ, ਉਹਦੀ ਮੌਜ ਹੈ। ਬੈਠੇ ਹਾਂ ਉਹਦੀ ਉਡੀਕ ਦੇ ਵਿੱਚ, ਉਹਦੇ ਦਰਵਾਜ਼ੇ 'ਤੇ, ਹਉ ਕੂਕਰ ਤੇਰੇ ਦਰਬਾਰ, ਬੈਠੇ ਹੋਏ ਹਾਂ ਦਰਵਾਜ਼ੇ 'ਤੇ, ਜਦੋਂ ਮੌਜ ਹੈ ਉਹਦੀ ਖੋਲ੍ਹ, ਸਬਰ ਕਰਕੇ ਬੈਠ ਜਾਂਦਾ ਹੈ ਭਗਤ ਉਹਦੇ ਦਰ 'ਤੇ, ਉਡੀਕਦਾ ਹੈ। ਉਹ ਜਿਹੜਾ ਸਬਰ ਹੈ ਨਾ, ਉਹ ਹੈ ਬਹੁਤ ਕਠਿਨ। ਜਿਵੇਂ ਕਿਸੇ ਦਾ ਇੰਤਜ਼ਾਰ ਤੁਸੀਂ ਕਰ ਰਹੇ ਹੋ ਬਹੁਤ ਪਿਆਰੇ ਦਾ, ਤੇ ਵਾਰ-ਵਾਰ ਦਰਵਾਜ਼ਾ ਖੋਲ੍ਹ ਕੇ ਦੇਖਦੇ, ਹੁਣ ਆਇਆ ਹੁਣ ਆਇਆ। ਕਈ ਵਾਰ ਮਾੜੀ ਜਿਹੀ ਆਵਾਜ਼ ਆਉਂਦੀ ਤੁਸੀਂ ਭੱਜ ਕੇ ਬਾਹਰ ਨਿਕਲਦੇ, ਆ ਤੇ ਨਹੀਂ ਗਿਆ। ਇੰਤਜ਼ਾਰ ਕਰਨਾ ਬੜਾ ਕਠਿਨ ਹੈ। ਤੇ ਭਗਤ ਜੀ ਕਹਿੰਦੇ ਹਨ ਇਸ ਇੰਤਜ਼ਾਰ ਨੇ ਸਾਡਾ ਜਿਹੜਾ ਸਰੀਰ ਸੀ ਨਾ, ਤਨ ਇਵੇਂ ਜਾ ਲੈਨ,
ਉਹ ਸਵਾਹ ਬਣਾ ਦਿੱਤਾ, ਰਾਖ ਹੋ ਗਿਆ, ਅੰਦਰੋਂ ਮੋਹ ਟੁੱਟ ਗਿਆ ਸਰੀਰ ਨਾਲ, ਰਾਖ ਦਾ ਭਾਵ ਮਿਟ ਗਿਆ। ਹੁਣ ਤੇ ਇੱਕੋ ਹੀ ਟਿਕਟਿਕੀ ਲੱਗੀ ਰਹਿੰਦੀ ਹੈ ਵੀ ਕਦੇ ਐਸਾ ਨਾ ਹੋਵੇ ਵੀ ਪਰਮਾਤਮਾ ਆਵੇ ਤੇ ਮੈਂ ਨੀਂਦ ਦੇ ਵਿੱਚ ਚਲੇ ਜਾਵਾਂ। ਸੁਚੇਤ ਰਵਾਂ, ਜਾਗਦਾ ਰਵਾਂ, ਦੇਖਦਾ ਰਵਾਂ। ਪਰ ਸਬਰ ਦਾ ਅਰਥ ਇਹ ਨਹੀਂ ਹੈ ਵੀ ਦਰਵਾਜ਼ੇ ਤੇ ਬੈਠ ਕੇ ਤੇ ਸੌਂ ਗਿਆ। ਜਿਹੜੇ ਸੌਂ ਗਿਆ ਉਹ ਸਬਰ ਥੋੜ੍ਹੀ ਕਰ ਰਿਹਾ। ਜਿਹੜਾ ਸੌਂ ਗਿਆ ਉਹ ਤੇ ਪਰਮਾਤਮਾ ਦਾ ਇੰਤਜ਼ਾਰ ਹੀ ਨਹੀਂ ਕਰ ਰਿਹਾ। ਸਬਰ ਤੇ ਉਹ ਕਰਦਾ ਹੈ ਜਿਹੜਾ ਇੰਤਜ਼ਾਰ ਕਰ ਰਿਹਾ ਹੈ, ਉਡੀਕ ਕਰਦਾ ਹੈ। ਤੇ ਜਿੰਨੀ ਉਡੀਕ ਕਰਦਾ ਹੈ ਓਨੀ ਹੀ ਅੰਦਰੋਂ ਪਿਆਸ ਵੱਧਦੀ ਹੈ। ਜਿੰਨੀ ਪਿਆਸ ਵੱਧਦੀ ਹੈ ਓਨਾ ਵੈਰਾਗ ਵੱਧਦਾ ਹੈ, ਤੜਫ ਵੱਧਦੀ ਹੈ। ਤੇ ਤੜਫ ਤੋਂ ਹੀ ਪਰਮਾਤਮਾ ਮਿਲਦਾ ਹੈ, ਪਿਆਸ ਤੋਂ ਹੀ ਪਰਮਾਤਮਾ ਮਿਲਦਾ ਹੈ। ਤੇ ਜਿੰਨਾ ਅੰਦਰ ਪਿਆਸ ਹੈ ਨਾ, ਉਹਨਾਂ ਨੂੰ ਫਿਰ ਅੰਮ੍ਰਿਤ ਮਿਲਦਾ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ। ਫਿਰ ਕਹਿੰਦੇ ਨੇ ਸਬਰ ਇਹੋ ਸੁਭਾਉ ਜੇ ਤੂੰ ਬੰਦਾ ਦ੍ਰਿੜ ਕਰੇ। ਵੱਧ ਜੀਵੇ ਦਰਿਆਓ, ਟੁੱਟ ਨਾ ਥੀਵੇ ਬਾਹਰ। ਕਹਿੰਦੇ ਅਗਰ ਤੂੰ ਸਬਰ ਕਰ ਲਿਆ ਨਾ, ਤੇ ਸਬਰ ਜਿਹੜਾ ਹੈ ਨਾ, ਇਹ ਤੈਨੂੰ ਵਿਰਾਟ ਬਣਾ ਦਿੰਦਾ ਹੈ। ਜਿਹੜਾ ਸਬਰ ਨਹੀਂ ਕਰਦਾ ਹੈ ਉਹਦਾ ਭਾਵ ਹੁੰਦਾ ਹੈ ਉਹ ਆਪਣੇ ਵਾਸਤੇ ਜੀ ਰਿਹਾ ਹੈ। ਉਹ ਮੈਂ ਦੇ ਦੁਆਲੇ ਜੀਂਦਾ ਹੈ। ਉਹ ਚਾਹਤ ਤੇ ਮੈਂ ਦੀ ਹੁੰਦੀ ਹੈ ਨਾ, ਵੀ ਮੈਂ ਇਹ ਕਰਨਾ ਹੈ, ਮੈਂ ਉਹ ਕਰਨਾ ਹੈ, ਮੈਂ ਇੱਦਾਂ ਪਾਉਣਾ ਹੈ, ਮੈਂ ਇਹ ਪਾਉਣਾ। ਉਹ ਚਾਹਤ ਦੇ ਦੁਆਲੇ ਦੀ ਰਿਹਾ। ਤੇ ਜਿੰਨੀ ਜ਼ਿਆਦਾ ਚਾਹਤ ਹੁੰਦੀ ਹੈ ਓਨਾ ਹੀ ਆਦਮੀ ਸੰਕੀर्ण ਹੋ ਜਾਂਦਾ ਹੈ। ਬਸ ਆਪਣੀ ਚਾਹਤ ਦੇ ਦੁਆਲੇ ਘੁੰਮਦਾ ਰਹਿੰਦਾ। ਉਹਨੂੰ ਕਿਸੇ ਨਾਲ ਮਤਲਬ ਨਹੀਂ ਹੈ। ਉਹ ਕਹਿੰਦਾ ਹੈ ਬਸ ਮੇਰੀ ਚਾਹਤ ਪੂਰੀ ਹੋਣੀ ਚਾਹੀਦੀ, ਤੇ ਉਹਨਾਂ ਉਹ ਸੁੱਕੜ ਜਾਂਦਾ। ਤੇ ਜਿੰਨਾ ਚਾਹਤ ਨੂੰ ਛੱਡ ਦਿੰਦਾ ਹੈ, ਸਬਰ ਕਰ ਲੈਂਦਾ ਹੈ, ਓਨਾ ਹੀ ਉਹ ਪ੍ਰਕਿਰਤੀ ਦੇ ਵਿੱਚ ਲੀਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿੰਨਾ ਰਜਾ ਦੇ ਵਿੱਚ ਜੀਣਾ ਸ਼ੁਰੂ ਕਰ ਦਿੰਦਾ ਹੈ, ਸਬਰ ਕਰਨ ਵਾਲਾ ਹੀ ਰਜਾ ਦੇ ਵਿੱਚ ਜੀਊਗਾ। ਜਿਹਨੂੰ ਸਬਰ ਆ ਗਿਆ ਤੋ ਰਜਾ ਦੇ ਵਿੱਚ ਜੀਣਾ ਸ਼ੁਰੂ ਕਰ ਦਿੰਦਾ। ਉਹ ਫਿਰ ਵਿਰਾਟ ਹੋਣਾ ਸ਼ੁਰੂ ਹੋ ਜਾਂਦਾ। ਉਹ ਪ੍ਰਕਿਰਤੀ ਦੇ ਨਾਲ ਇੱਕ ਹੋਣਾ ਸ਼ੁਰੂ ਹੋ ਜਾਂਦਾ। ਉਹ ਅਸੀਮ ਦੇ ਨਾਲ ਇੱਕ ਹੋਣਾ ਸ਼ੁਰੂ ਹੋ ਜਾਂਦਾ। ਜਿੰਨਾ ਤੁਸੀਂ ਭਾਣੇ ਦੇ ਅੰਦਰ ਆਪਣੇ ਆਪ ਨੂੰ ਛੱਡਦੇ ਰਹੋਗੇ, ਰਜਾ ਦੇ ਅੰਦਰ ਜੀਣਾ ਨਹੀਂ ਹੈ, ਆਪਣੇ ਆਪ ਨੂੰ ਛੱਡਣਾ ਹੈ। ਇੱਛਾਵਾਂ, ਕਾਮਨਾਵਾਂ, ਚਾਹਤਾਂ ਬਸ ਛੱਡ ਦਿੱਤੀ। ਸਬਰ ਆ ਗਿਆ, ਠੀਕ ਹੈ, ਜੋ ਰੱਬ ਕਰ ਰਿਹਾ ਠੀਕ, ਉਹਦੀ ਰਜਾ ਦੇ ਵਿੱਚ ਰਾਜੀ। ਤੇ ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰਦਾ ਰਹਿੰਦਾ, ਉਹ ਹੀ ਸੰਤੁਸ਼ਟ ਹੋ ਜਾਂਦਾ ਹੈ, ਸੰਤੋਖੀ ਹੋ ਜਾਂਦਾ। ਤੇ ਉਹ ਵਿਰਾਟ ਹੋ ਜਾਂਦਾ ਹੈ ਜਿੰਨਾ ਆਪਣੇ ਆਪ ਨੂੰ ਛੱਡਦਾ ਰਹਿੰਦਾ ਹੈ ਵੀ ਪਰਮਾਤਮਾ ਜੋ ਕੁਛ ਕਰ ਰਿਹਾ ਕਰ ਰਿਹਾ, ਉਹਦੀ ਰਜਾ ਦੇ ਵਿੱਚ ਰਾਜੀ। ਉਹ ਫਿਰ ਵਿਰਾਟ ਹੁੰਦਾ। ਉਹ ਫਿਰ ਦਰਿਆਓ ਸਾਗਰ ਵਰਗਾ ਬਣ ਜਾਂਦਾ। ਤੇ ਜਿਹੜਾ ਸੰਕੀर्ण ਹੁੰਦਾ ਹੈ, ਇੱਕ ਛੋਟੇ ਜਿਹੇ ਛੱਪੜ ਵਾਂਗੂ, ਉਹਦੇ ਵਿੱਚ ਗੰਦਗੀ ਪੈਂਦੀ, ਉਹ ਆਪਣੀਆਂ ਵਾਸ਼ਨਾਵਾਂ, ਕਾਮਨਾਵਾਂ ਦੇ ਵਿੱਚ ਹੀ ਜੀਂਦਾ ਰਹਿੰਦਾ। ਕਹਿੰਦੇ ਖੂਹ ਦੇ ਡੱਡੂ ਵਾਂਗੂ, ਬਸ ਖੂਹ ਦਾ ਡੱਡੂ, ਬਸ ਉੱਥੇ ਦੀ ਜੀ ਰਿਹਾ।
ਤੇ ਜਿੰਨਾ ਸਬਰ ਆਉਂਦਾ ਹੈ, ਸੰਤੁਸ਼ਟ ਹੁੰਦਾ ਹੈ ਆਦਮੀ, ਸੰਤੋਖੀ ਹੁੰਦਾ ਹੈ, ਓਨਾ ਹੀ ਵਿਰਾਟ ਦੇ ਨਾਲ ਇੱਕ ਹੁੰਦਾ ਜਾਂਦਾ ਹੈ। ਜਿੰਨੀਆਂ ਵਾਸ਼ਨਾਵਾਂ, ਕਾਮਨਾਵਾਂ, ਇੱਛਾਵਾਂ, ਚਾਹਤਾਂ ਹਨ ਸੰਸਾਰ ਦੇ ਵਿੱਚ, ਓਨਾ ਹੀ ਆਦਮੀ ਵਿਰਾਟ ਨਾਲੋਂ ਟੁੱਟਦਾ ਹੈ। ਇਹ ਖਿਆਲ ਵਿੱਚ ਰੱਖਣਾ। ਜੇ ਚਾਹਤ ਸਵਰਗ ਦੀ ਵੀ ਹੈ ਜਾਂ ਹੋਰ ਕੋਈ ਵੀ ਹੈ, ਮੋਕਸ਼ ਪਾਉਣ ਦੀ ਜਾਂ ਕੋਈ ਵੀ ਚਾਹਤ ਹੈ, ਤੇ ਚਾਹਤ ਦੁਆਰਾ ਤੁਸੀਂ ਚਾਹਤ ਦੇ ਨਾਲ ਜੁੜ ਜਾਂਦੇ ਹੋ, ਮਨ ਦੇ ਨਾਲ ਜੁੜ ਜਾਂਦੇ। ਜਦੋਂ ਚਾਹਤ ਕੋਈ ਨਹੀਂ ਹੋਈ, ਫਿਰ ਮਨ ਦੇ ਨਾਲ ਨਹੀਂ ਜੁੜਦੇ, ਫਿਰ ਵਿਰਾਟ ਦੇ ਨਾਲ ਜੁੜਦੇ, ਕਿਉਂਕਿ ਵਿਰਾਟ ਦੀ ਕੋਈ ਚਾਹਤ ਨਹੀਂ ਹੈ ਨਾ। ਪਰਮਾਤਮਾ ਦੀ ਥੋੜ੍ਹੀ ਚਾਹਤ ਹੈ ਕੋਈ, ਚਾਹਤਾਂ ਸਾਰੀਆਂ ਤੁਹਾਡੀਆਂ ਹਨ। ਪਰਮਾਤਮਾ ਦਾ ਜੀਵਨ ਹੈ, ਉਹ ਚੱਲ ਰਿਹਾ ਹੈ ਬਿਨਾਂ ਚਾਹਤ ਤੋਂ, ਬਿਨਾਂ ਸੋਚਣ ਤੋਂ। ਪਰਮਾਤਮਾ ਦਾ ਖੇਲ ਚੱਲ ਰਿਹਾ। ਤੇ ਭਗਤ ਜੀ ਕਹਿੰਦੇ ਹਨ ਵੀ ਸਬਰ ਅੰਦਰ ਸਾਵਰੀ। ਜਿਨ੍ਹਾਂ ਦੇ ਅੰਦਰ ਸਾਵਰੀ ਆ ਗਈ, ਸੰਤੁਸ਼ਟ ਹੋ ਗਏ, ਤੋ ਫਿਰ ਪਰਮਾਤਮਾ ਵਰਗੇ ਦਰਿਆ ਹੋ ਜਾਂਦੇ। ਕਿਉਂਕਿ ਜੈਸਾ ਸੇਵੇ ਤੈਸੋ ਹੋਏ। ਪਰਮਾਤਮਾ ਵਰਗਾ ਤੇ ਹੋਣਾ ਹੀ। ਪਰਮਾਤਮਾ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਛੱਡੋ। ਜਿਵੇਂ ਲਹਿਰ ਨੇ ਛੱਡ ਦਿੱਤਾ ਆਪਣਾ ਆਪ, ਕੋਈ ਚਾਹਤ ਨਹੀਂ, ਕੁਛ ਜਾਣਾ ਨਹੀਂ, ਕਿਤੇ ਕਿਨਾਰੇ ਢਾਉਣੇ ਨਹੀਂ, ਕੋਈ ਪਾਰ ਨਹੀਂ ਜਾਣਾ, ਦਰਿਆ ਦੇ ਨਾਲ ਇੱਕ ਹੋਣ ਲੱਗ ਪਈ ਤੇ ਲਹਿਰ ਦੀ ਤਰ੍ਹਾਂ ਮਿਟ ਗਈ ਤੇ ਦਰਿਆ ਦੀ ਤਰ੍ਹਾਂ ਹੋ ਜਾਂਦੀ ਵਿਰਾਟ। ਇੱਦਾਂ ਹੀ ਆਦਮੀ ਆਪਣੀ ਸੀਮਾ ਜਿਹੜੀ ਹੈ ਨਾ, ਜਦੋਂ ਖੋਹ ਦਿੰਦਾ ਹੈ, ਜਿਵੇਂ ਆਪਾਂ ਆਪਣੇ ਘਰ ਦੇ ਦੁਆਲੇ ਚਾਰ ਛਪੇਰੇ ਸੀਮਾ ਖਿੱਚ ਲੈਂਦੇ ਹਾਂ, ਵਾੜ ਲਾ ਦਿੰਦੇ ਹਾਂ, ਇੱਧਰ ਅਸੀਂ ਹਾਂ, ਉਹ ਦੂਸਰੇ ਪਾਸੇ ਦੂਸਰੇ ਲੋਕ। ਵਿਚਾਲੇ ਜਦੋਂ ਵਾੜ ਆਪਾਂ ਚੱਕ ਦਈਏ, ਸਾਰੀਆਂ ਕੰਧਾਂ ਕੁੰਧਾਂ ਢਾਹ ਦੀ, ਫਿਰ ਸਾਰੇ ਵਿਰਾਟ ਨਾਲ ਹੀ ਇੱਕ ਹੋ ਗਏ। ਸਾਰੀ ਧਰਤੀ ਆਪਣੀ, ਧਰਤੀ ਕਿਉਂ, ਆਕਾਸ਼ ਵੀ ਆਪਣਾ ਹੀ, ਸਭ ਕੁਛ ਆਪਣਾ। ਇਵੇਂ ਹੀ ਹੈ ਵਾਸ਼ਨਾਵਾਂ, ਕਾਮਨਾਵਾਂ, ਚਾਹਤਾਵਾਂ, ਇੱਛਾਵਾਂ ਜਿਹੜੀਆਂ ਹਨ, ਉਹ ਸੰਕੀਰਣ ਕਰਦੀਆਂ ਹਨ ਆਦਮੀ। ਸੰਸਾਰ ਦੇ ਵਿੱਚ ਕੁਛ ਪਾਉਣਾ ਹੈ ਤੇ ਤੁਸੀਂ ਸੰਕੀਰਣ ਹੋ ਜਾਂਦੇ। ਤੇ ਜਿੰਨੀਆਂ ਚਾਹਤਾਂ ਤੁਸੀਂ ਛੱਡਦੇ ਜਾਂਦੇ ਹੋ ਨਾ, ਤੇ ਸਬਰ ਆ ਜਾਂਦਾ ਹੈ ਸਾਨੂੰ ਸੰਸਾਰ ਦੇ ਵਿੱਚ ਵੀ ਕੁਛ ਨਹੀਂ ਚਾਹੀਦਾ, ਜੋ ਰੱਬ ਨੇ ਦਿੱਤਾ ਹੈ। ਸਬਰ ਆ ਗਿਆ ਹੁਣ, ਬਸ ਸਬਰ ਆ ਗਿਆ ਤੇ ਤੁਸੀਂ ਸ਼ਾਂਤ ਹੋਣਾ ਸ਼ੁਰੂ ਹੋ ਜਾਓਗੇ। ਸ਼ਾਂਤ ਹੋ ਜਾਓਗੇ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਣ। ਸ਼ਾਂਤੀ ਆ ਗਈ, ਰਹਿਸ ਆ ਗਿਆ ਤੇ ਸਾਰੇ ਦੁੱਖਾਂ ਦਾ ਛੁਟਕਾਰਾ ਹੋ ਜਾਂਦਾ।